Welcome back to my channel Core ISRJ 13 with a new cue card that is describe your experience when you changed your school or college or even when you changed your home or house as well. So with this cue card we will also discuss some follow-up questions so that you will get or some more experience. So let's get started without wasting any time. So whether I have made the first sentence a very beautiful sentence with a complex structure, whether it is in terms of architecture means that architecture building कि चाहे building ਦੇ sense ਦੇ ਵਿੱਚ ਹੋਵੇ or life philosophies ਫਿਲੋਸਫੀਜ਼ ਦਾ ਮਤਲਬ ਹੁੰਦਾ ਪ੍ਰਿੰਸੀਪਲਸ ਚਾਹੇ ਲਾਈਫ ਪ੍ਰਿੰਸੀਪਲਸ ਦੇ ਮੈਟਰ ਦੇ ਵਿੱਚ ਹੋਵੇ ਚੇਂਜ ਇਜ਼ ਦਾ ਲਾਅ ਆਫ ਨੇਚਰ ਬਦਲਾਵ ਕੁਦਰਤ ਦਾ ਕਾਨੂੰਨ ਆ ਲਾਈਕ ਇਹਦਾ ਲਾਅ ਹੈਗਾ ਸੋ ਦਿਸ ਇਜ਼ ਵੈਰੀ ਬਿਊਟੀਫੁਲ ਲਾਈਨ ਯੂ ਕੈਨ ਕਾਪੀ ਇਟ throughout my study ਮੇਰੇ study ਦੇ ਦੌਰਾਨ I switched schools in order to receive a better education switched ਮਤਲਬ ਹੈ ਮੈਂ change ਕੀਤਾ synonym use ਕੀਤਾ ਮੈਂ so ਮੈਂ ਆਪਦੇ ਸਕੂਲ ਨੂੰ ਚੇਂਜ ਕੀਤਾ ਇਨ ਆਰਡਰ ਬੜੀ ਹੀ ਬਿਊਟੀਫੁਲ ਸਟਰਕਚਰ ਬਣਾਈ ਹੈ ਸੋ ਇਸ ਨੂੰ ਤੁਸੀਂ ਅੰਡਰਲਾਈਨ ਕਰ ਸਕਦੇ ਹੋ ਇਨ ਆਰਡਰ ਟੂ ਰਿਸੀਵ ਅ ਬੈਟਰ ਐਜੂਕੇਸ਼ਨ ਕਿਉਂਕਿ ਮੈਂ ਇੱਕ ਬਹੁਤ ਹੀ ਵਧੀਆ ਐਜੂਕੇਸ਼ਨ ਰਿਸੀਵ ਕਰਨੀ ਸੀ Here I am going to talk about my experience. ਇੱਥੇ ਮੈਂ ਆਪਦੇ ਐਕਸਪੀਰੀਅੰਸ ਦੇ ਬਾਰੇ ਗੱਲ ਕਰ ਰਿਹਾ switching from a hamlet that is called village or hometown ਇਹਨੂੰ ਕੀ ਕਹਿੰਦੇ ਆ village ਜਾਂ hometown ਇਸ ਕਿਊ ਕਾਰਡ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਵੋਕੈਬਲਰੀਜ਼ ਮਿਲਣਗੀਆਂ ਜਿਹੜੀਆਂ ਤੁਸੀਂ ਰਾਈਟਿੰਗ ਟਾਸਕ ਵਿੱਚ ਵੀ ਯੂਜ਼ ਕਰ ਸਕਦੇ ਹੋ ਸੋ ਫਰੋਮ ਅ ਹੈਮਲੇਟ ਲਾਈਕ ਕੋਈ ਵਿਲੇਜ ਜਾਂ ਸਿਟੀ ਸਕੂਲ ਤੋਂ ਟੂ ਅ ਸਿਟੀ ਸਕੂਲ ਉਹਨੂੰ ਮੈਂ ਇੱਕ ਵਿਲੇਜ ਤੋਂ ਸਿਟੀ ਸਕੂਲ ਦੇ ਵਿੱਚ ਚੇਂਜ ਕੀਤਾ Despite the fact that I grew up in a village with my family and received my first education at a village government school कि इस फैक्ट ਦੇ ਬਾਵਜੂਦ भी कि मैं ਵਿਲੇਜ ਦੇ ਵਿੱਚ ਪਲਿਆ ਹੋਇਆ ਜਾਂ ਉੱਥੇ ਮੈਂ ਵੱਡਾ ਹੋਇਆ ਵਿਦ ਮਾਈ ਫੈਮਿਲੀ ਮੇਰੀ ਫੈਮਿਲੀ ਦੇ ਨਾਲ ਤੇ ਮੈਂ ਉਹਦੀ ਫਰਸਟ ਐਜੂਕੇਸ਼ਨ ਯੂਜੂਅਲੀ ਸਟੂਡੈਂਟ ਕੀ ਕਰਦੇ ਆ ਮੇਰੀ ਪ੍ਰਾਇਮਰੀ ਐਜੂਕੇਸ਼ਨ ਮਾਈ ਜਿੱਦਾਂ ਵੀ ਕੋਈ ਵੀ ਵਰਡਸ ਬੋਲਦੇ ਆ ਸੋ ਯੂ ਕੈਨ ਗੈਟ ਓਨਲੀ 6 or 6.5 if you want more then you can use first education my family and received my first education at a school at a village government school I achieved better marks in city school ਉਹਨਾਂ ਉੱਥੇ ਹੋਣ ਦੇ ਬਾਵਜੂਦ ਵੀ ਮੈਂ ਸਿਟੀ ਸਕੂਲ ਦੇ ਵਿੱਚ ਬੜੇ ਹੀ ਚੰਗੇ ਮਾਰਕਸ ਲਏ ਆ ਨੈਕਸਟ ਫੋਲੋਇੰਗ ਦੈਟ ਇਸ ਤੋਂ ਅੱਗੇ there was no school in or near my hamlet hamlet means village ਮੇਰੀ ਵਿਲੇਜ ਦੇ ਵਿੱਚ ਤੇ ਜਾਂ ਉਸ ਦੇ ਕੋਲੇ ਕੋਈ ਵੀ ਸਕੂਲ ਨਹੀਂ ਸੀ where I could continue my studies ਜਿੱਥੇ ਮੈਂ ਆਪਦੀ ਸਟੱਡੀਜ਼ ਨੂੰ ਕੰਟੀਨਿਊ ਕਰ ਸਕਦਾ ਸੀ in the beginning of April ਦੀ beginning ਦੇ ਵਿੱਚ my father enrolled me in a city school ਮੇਰੇ father ਮੈਨੂੰ ਇੱਕ city school ਦੇ ਵਿੱਚ ਐਡਮਿਸ਼ਨ ਦਵਾ ਕੇ ਆਏ ਸੀ ਜਿਹਦਾ ਨੇਮ ਸੀ KVBSF ਐਜ਼ ਜਿਵੇਂ ਕਿ ਮੇਰੀ ਸਟੱਡੀ KVBSF ਦੀ ਹੈ ਸੋ ਮੈਂ ਇੱਥੇ ਆਪਦੇ ਸਕੂਲ ਦਾ ਨੇਮ ਪਾਇਆ ਤੁਸੀਂ ਵੀ ਪਾ ਸਕਦੇ ਹੋ ਫੋਰ ਦਾ 2014 ਅਕੈਡਮਿਕ ਈਅਰ ਸੋ ਇੱਥੇ ਵੀ ਤੁਸੀਂ ਈਅਰ ਐਜ਼ ਪਰ ਯੂਰ ਚੋਇਸ ਪਾ ਸਕਦੇ ਹੋ ਕਿ ਮੈਂ 2014 ਦੇ ਅਕੈਡਮਿਕ ਈਅਰ ਦੇ ਵਿੱਚ ਉੱਥੇ ਐਡਮਿਸ਼ਨ ਲਿਆ It was one of the city's most prestigious schools. Prestigious ਇੱਕ ਬਹੁਤ ਅੱਛਾ word ਹੈ ਇਹਦੀ ਜਗ੍ਹਾ ਤੁਸੀਂ ਬਹੁਤ famous word use ਕਰਦੇ ਹੋ famous word ਇੰਨਾ ਜ਼ਿਆਦਾ famous ਨਹੀਂ ਗਾ ਬਹੁਤ ਜ਼ਿਆਦਾ low level ਦਾ word ਹੈ ਸੋ ਇਸ ਨੂੰ ਤੁਸੀਂ ਇੱਕ ਅੱਛੇ word ਨਾਲ replace ਕੀਤਾ prestigious school ਹੁਣ ਤੁਸੀਂ suppose ਕਰੋ ਕਿ ਜੋ ਤੁਸੀਂ examiner ਦੇ ਸਾਹਮਣੇ prestigious word use ਕਰੋਗੇ ਤਾਂ ਉਸ ਤੇ ਕਿੰਨਾ effect ਪਊਗਾ ਕਿ yes this girl or this boy knows about vocabulary So it was one of the city's most prestigious school like famous or renowned school my new ਸਕੂਲ ਹੈਡ ਐਵਰੀਥਿੰਗ ਮੇਰੇ ਨਵੇਂ ਸਕੂਲ ਦੇ ਵਿੱਚ ਸਭ ਕੁਛ ਸੀਗਾ ਆਈ ਨੀਡਡ ਜਿਹੜੀ ਮੈਨੂੰ ਜ਼ਰੂਰਤ ਸੀ ਜਿਵੇਂ ਕਿ ਸਕੂਲ ਸਪੋਰਟਸ ਸਟੱਡੀ ਸੈਸ਼ਨਸ ਲੈਬਸ ਐਂਡ ਸੋ ਔਨ ਠੀਕ ਹੈ ਸੋ ਇਹਦੇ ਵਿੱਚ ਮੈਂ ਬਹੁਤ ਹੀ ਕੋਹੀਜ਼ਨ ਕੋਹਰੈਂਸ ਮੇਨਟੇਨ ਕੀਤਾ ਆ ਸੋ ਯੂ ਕੁਡ ਰਾਈਟ ਇਟ ਇਨ ਯੋਰ ਨੋਟਬੁੱਕ ਨੈਕਸਟ I was astonished to find ਮੈਂ ਬੜਾ ਹੀ ਆਸ਼ਚਰਯਚਕਿਤ ਸੀ ਜਦੋਂ ਮੈਂ ਇਹ ਦੇਖਿਆ that it had a large playground ਕਿ ਇਹਦੇ ਵਿੱਚ ਬਹੁਤ ਵੱਡਾ playground ਆ ਇੱਕ cafe ਆ and a variety of labs ਬਹੁਤ ਜ਼ਿਆਦਾ labs ਹੈ which my little school lacked ਜਿਹਦੇ ਮੇਰੇ ਲਿਟਲ ਜਿਹੜਾ ਸਕੂਲ ਸੀ ਮਤਲਬ ਪਹਿਲਾਂ ਵਾਲਾ ਜਿਹੜਾ ਸਕੂਲ ਸੀ ਪ੍ਰਾਇਮਰੀ ਸਕੂਲ ਸੀਗਾ ਛੋਟਾ ਸਕੂਲ ਉਹਦੇ ਵਿੱਚ ਇਹ ਸਭ ਕੁਝ ਨਹੀਂ ਸੀਗਾ right students ਬੋਲਦੇ ਆ these things were not in my that school
ਸੋ ਤੁਸੀਂ ਦੇਖੋ ਕਿੱਥੇ ਆ ਲਾਈਨ ਬੋਲਣੀ, ਕਿੱਥੇ ਬੋਲਣਾ, ਵਿਚ ਮਾਈ ਲਿਟਲ ਸਕੂਲ ਲੈਕਡ, ਕਿੰਨੀ ਇੰਪ੍ਰੈਸਿਵ ਜੀ ਲਾਈਨ ਆ। ਸੋ ਦ ਲੈਕਚਰਰਸ ਵਰ ਐਕਸਟ੍ਰੀਮਲੀ ਕੁਆਲੀਫਾਈਡ, ਜਿਹੜੇ ਉੱਥੋਂ ਦੇ ਪ੍ਰੋਫੈਸਰ ਸੀ ਉਹ ਬਹੁਤ ਹੀ ਜ਼ਿਆਦਾ ਕੁਆਲੀਫਾਈਡ ਸੀਗੇ, ਐਂਡ ਡਾਊਨ ਟੂ ਅਰਥ, ਅਤੇ ਉਹ ਬੜੇ ਹੀ ਡਾਊਨ ਟੂ ਅਰਥ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਬੜੇ ਹੀ ਵਧੀਆ ਨੇਚਰ ਦੇ ਸੀਗੇ। ਵਿਚ ਵਾਜ਼ ਦ ਮੋਸਟ ਰਿਮਾਰਕੇਬਲ ਕੁਆਲਿਟੀ, ਜਿਹੜੀ ਕਿ ਉਹਨਾਂ ਦੇ ਵਿੱਚ ਬੜੀ ਹੀ ਵਧੀਆ ਕੁਆਲਿਟੀ ਸੀ, ਰਿਮਾਰਕੇਬਲ ਕੁਆਲਿਟੀ ਸੀ। ਆਈ ਨੈਵਰ ਫੈਲਟ ਕੰਪੈਲਡ ਟੂ ਡੂ ਐਨੀਥਿੰਗ, ਮੈਨੂੰ ਕਿਸੇ ਵੀ ਚੀਜ਼ ਲਈ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ ਸੀ ਕਰਨ ਲਈ, ਕੋਈ ਵੀ ਐਕਟੀਵਿਟੀ ਕਰਨ ਦੇ ਲਈ, ਕਿਉਂਕਿ ਉਹ ਬਹੁਤ ਜ਼ਿਆਦਾ ਡਾਊਨ ਟੂ ਅਰਥ ਤੇ ਪੋਲਾਈਟ ਲੋਕ ਸੀਗੇ। ਸੋ ਕੰਪੈਲਡ ਹੁੰਦਾ ਪ੍ਰੈਸ਼ਰਾਈਜ਼ ਕਰਨਾ, ਦੇਖੋ ਕਿੰਨਾ ਵਧੀਆ ਵਰਡ ਆ। ਵਿਚ ਕੁਡ ਐਕਸਪਲੇਨ ਦੈਟ, ਤੇ ਇਹੀ ਚੀਜ਼ ਇਹ ਐਕਸਪਲੇਨ ਕਰਦੀ ਹੈ ਦੈਟ ਦੇ ਵਰ ਆਲਵੇਜ਼ ਪੋਲਾਈਟ, ਕਿ ਉਹ ਹਮੇਸ਼ਾ ਹੀ ਪੋਲਾਈਟ ਸੀਗੇ, ਐਂਡ ਹੈਡ ਅ ਵਰਾਇਟੀ ਆਫ ਮੈਥਡਸ, ਤੇ ਉਹਨਾਂ ਕੋਲੇ ਬਹੁਤ ਹੀ ਜ਼ਿਆਦਾ ਮੈਥਡ ਸੀ ਟੂ ਮੇਕ ਬੋਰਿੰਗ ਸਬਜੈਕਟਸ ਮੋਰ ਫੈਸੀਨੇਟਿੰਗ, ਕਿ ਉਹ ਬੋਰਿੰਗ ਸਬਜੈਕਟਸ ਨੂੰ ਜ਼ਿਆਦਾ ਫੈਸੀਨੇਟ ਬਣਾ ਦਿੰਦੇ ਸੀ। ਆਫਟਰ ਸਵਿਚਿੰਗ ਸਕੂਲਸ ਨੂੰ ਸਵਿਚ ਕਰਨ ਤੋਂ ਬਾਅਦ the repercussions were not ਇੱਥੇ schools ਨਹੀਂ ਆਊਗਾ, ਸੌਰੀ ਇੱਥੇ ਸਕੂਲ ਆਊਗਾ। after switching school the repercussions were not all in my favor, ਕਿ repercussions ਹੁੰਦੇ ਰਿਜ਼ਲਟ, ਸੋ ਕਿੰਨਾ ਵਧੀਆ ਵਰਡ ਹੈ, ਰਿਜ਼ਲਟਸ ਜਿਹੜੇ ਸੀ ਉਹ ਸਭ ਮੇਰੇ ਫੇਵਰ 'ਚ ਨਹੀਂ ਸੀਗੇ। I was apathetic to the previous school, apathetic ਹੁੰਦਾ ਮਾਯੂਸ ਜਾਂ ਮਿਸ ਕਰਨਾ, ਕਿ ਮੈਂ ਆਪਦੇ ਪ੍ਰੀਵੀਅਸ ਸਕੂਲ ਨੂੰ ਮਿਸ ਕਰਦਾ ਸੀ। to be honest, ਮੈਂ ਸਹੀ ਦੱਸਾਂ ਤਾਂ I was first hesitant about the shift, means that ਕਿ ਮੈਂ ਸਭ ਤੋਂ ਪਹਿਲਾਂ ਉਹ ਸਕੂਲ ਦੇ ਵਿੱਚ ਜਾਣ ਤੋਂ ਵੀ ਹੈਜ਼ੀਟੇਟ ਕਰਦਾ ਸੀ, even though ਹਾਲਾਂਕਿ I did not want to make new acquaintances there, ਮੈਂ ਉੱਥੇ ਕੋਈ ਵੀ ਨਵਾਂ ਆਪਦਾ ਫਰੈਂਡ ਨਹੀਂ ਬਣਾਉਣਾ ਚਾਹੁੰਦਾ ਸੀ, ਪਰਿਚਿਤ ਨਹੀਂ ਜਿਹਦੇ ਨਾਲ ਮੈਂ ਆਪਦੀ ਲਾਈਕ ਗੱਲਬਾਤ ਵਧਾ ਸਕਾਂ। ਬਟ ਐਜ਼ ਟਾਈਮ ਪਾਸਡ, ਜਿਵੇਂ ਜਿਵੇਂ ਟਾਈਮ ਜਾਂਦਾ ਗਿਆ, I began to reach out of my comfort zone, ਤੇ ਮੈਂ ਸਟਾਰਟ ਕੀਤਾ ਕਿ ਮੈਂ ਆਪਦੇ ਕੰਫਰਟ ਜ਼ੋਨ ਤੋਂ ਬਾਹਰ ਆਵਾਂ। I also met some wonderful people, ਮੈਂ ਬੜੇ ਹੀ ਵਧੀਆ ਲੋਕਾਂ ਦੇ ਨਾਲ ਉੱਥੇ ਮਿਲਿਆ। Finally, I would say that, ਮੈਂ ਇਹ ਕਹਿਣਾ ਚਾਹੂੰਗਾ, becoming familiar with the new environment was not simple, ਕਿ ਨਵੇਂ environment ਦੇ ਨਾਲ familiar ਹੋਣਾ simple ਨਹੀਂ ਹੈਗਾ, but it was well worth, but ਇਹ ਬਹੁਤ ਹੀ ਜ਼ਰੂਰੀ ਹੈ ਜਾਂ ਬੜਾ ਹੀ ਲਾਭਦਾਇਕ ਸੀਗਾ। since I learned, ਕਿਉਂਕਿ ਉਦੋਂ ਤੋਂ ਮੈਂ ਇਹ ਸਿੱਖਿਆ that life is a roller coaster, ਕਿ ਲਾਈਫ ਕੀ ਹੈ, ਉਤਾਰ ਚੜਾਵ ਹੈ, ਰੋਲਰ ਕੋਸਟਰ ਦੀ ਤਰ੍ਹਾਂ ਹੈ। ਐਂਡ ਨਾਓ ਆਈ ਨੋ ਹਾਊ ਟੂ ਰਾਈਡ ਇਟ, ਤੇ ਹੁਣ ਮੈਨੂੰ ਇਹ ਪਤਾ ਲੱਗ ਗਿਆ ਕਿ ਇਸ ਰੋਲਰ ਕੋਸਟਰ ਨੂੰ ਕਿਵੇਂ ਰਾਈਡ ਕਰਨਾ ਹੈ। ਸੋ ਇਹਦੇ ਵਿੱਚ ਦੇਖੋ ਆਪਾਂ ਦੋ ਟਾਈਪ ਦੇ ਈਡੀਅਮਸ ਜਾਂ ਤੁਸੀਂ ਕਹਿ ਸਕਦੇ ਹੋ, ਚੇਂਜ ਇਜ਼ ਦ ਲਾਅ ਆਫ ਨੇਚਰ ਐਂਡ ਰੋਲਰ ਕੋਸਟਰ, ਐਂਡ ਉਸ ਤੋਂ ਬਾਅਦ ਆਪਾਂ ਇਹ ਲਿਖਿਆ ਨਾਓ ਆਈ ਨੋ ਹਾਊ ਟੂ ਰਾਈਡ ਇਟ। ਸੋ ਦੇਖੋ ਕਿੰਨੇ ਵਧੀਆ ਵਰਡਸ ਯੂਜ਼ ਕੀਤੇ ਆ ਇਹਦੇ ਵਿੱਚ, ਐਟਲੀਸਟ 7 to 8 ਵੋਕੈਬ ਯੂਜ਼ ਕੀਤੀ ਹੈ। ਕੋਹੀਜ਼ਨ ਕੋਹਰੈਂਸ ਫੁੱਲ ਮੇਨਟੇਨ ਕੀਤਾ ਹੈ। ਬਟ ਤੋਂ ਸੈਂਟੈਂਸ ਹੈ, ਵੈਦਰ ਤੋਂ ਸੈਂਟੈਂਸ ਹੈ, ਈਚ ਐਂਡ ਐਵਰੀਥਿੰਗ ਆਈ ਹੈਵ ਡਨ ਇਨ ਇਟ। ਸੋ ਡੈਫੀਨੇਟਲੀ ਇਫ ਯੂ ਵਿਲ learn it, if you will get the knowledge from it, so definitely you will get 7 to 8 band score in your speaking. So ਆਪਾਂ follow-ups ਦੇਖਦੇ ਹਾਂ। फर्स्ट फॉलोअप है, आर चिल्ड्रन बैटर एट सॉल्विंग प्रॉब्लम्स दैन अडल्ट्स, कि जेडे चिल्ड्रन हैगे है वो अडल्ट्स नालों प्रॉब्लम्स नू सॉल्व करन दे विच बैटर है। सो इहदा आंसर है इंस्टेड ऑफ फोकस्ड सोलली दा मतलब हुंदा है ओनली, कि सिर्फ ऑन गैटिंग थिंग्स डन, कि सिर्फ चीज़ां नू पूरियां करन तो अलावा ਜਿਹੜੇ ਸਿਰਫ ਉਹੀ ਨਹੀਂ, ਬੱਚੇ ਉਸ 'ਤੇ ਧਿਆਨ ਨਹੀਂ ਦਿੰਦੇ। ਚਿਲਡਰਨ ਆਰ ਡੈਡੀਕੇਟਿਡ ਟੂ ਲਰਨਿੰਗ ਅਬਾਊਟ ਦਾ ਵਰਲਡ, ਕਿ ਉਹ ਸਿਰਫ ਇਹੀ ਨਹੀਂ ਕਹਿੰਦੇ ਕਿ ਅਸੀਂ ਸਿਰਫ ਕੰਮ ਨੂੰ ਪੂਰਾ ਕਰਨਾ ਹੈ, ਉਹ ਕਿਸ ਤਰਫ ਡੈਡੀਕੇਟ ਹੁੰਦੇ ਕਿਉਂਕਿ ਉਹ ਵਰਲਡ ਦੇ ਬਾਰੇ ਸਿੱਖਣਾ ਚਾਹੁੰਦੇ ਹੈ। ਦੇ ਥਿੰਕ, ਉਹ ਇਹ ਸੋਚਦੇ ਹੈ, ਵਾਈਲਡ ਥਿੰਗਸ, ਉਹ ਕੀ ਹੈ, ਬੜੀਆਂ ਤੇ ਬਹੁਤ ਹੀ ਐਸਟੋਨਿਸ਼ ਚੀਜ਼ਾਂ ਨੂੰ ਸੋਚਦੇ ਆ। ਵਾਈਲ ਐਕਸਪਲੋਰਿੰਗ ਦ ਰੀਅਲ ਵਰਲਡ, ਜਦੋਂ ਉਹ ਇੱਕ ਰੀਅਲ ਵਰਲਡ ਨੂੰ ਐਕਸਪਲੋਰ ਕਰ ਰਹੇ ਹੁੰਦੇ ਆ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਐਸੈਸ ਕਰ ਰਹੇ, ਐਕਸੈਸ ਕਰ ਰਹੇ ਹੁੰਦੇ ਆ, ਤਾਂ ਉਦੋਂ ਉਹ ਕੀ ਕਰਦੇ ਆ, ਬੜੀਆਂ ਹੀ ਐਸਟੋਨਿਸ਼ ਚੀਜ਼ਾਂ ਨੂੰ ਸੋਚਦੇ ਆ। ਐਂਡ ਫੈਂਟਸੀ ਵਰਲਡ, ਤੇ ਫੈਂਟਸੀ ਵਰਲਡ ਨੂੰ ਵੀ ਸੋਚਦੇ ਆ। ਕਿਡਸ ਆਰ ਬੈਟਰ ਐਟ ਫਾਈਂਡਿੰਗ ਅਨਐਕਸਪੈਕਟਡ ਸੋਲਿਊਸ਼ਨਸ, ਕਿਡਸ ਜਿਹੜੇ ਹੁੰਦੇ ਆ ਉਹ ਬਹੁਤ ਹੀ ਬੈਟਰ ਹੁੰਦੇ ਆ ਅਨਐਕਸਪੈਕਟਡ ਜਿਹੜੇ ਸੋਲਿਊਸ਼ਨਸ ਪ੍ਰੋਬਲਮਸ ਦੇ ਕਦੇ ਕਿਸੇ ਨੇ ਸੋਚੇ ਨਹੀਂ ਹੁੰਦੇ, ਇਹੋ ਜਿਹੇ ਸੋਲਿਊਸ਼ਨ ਕਿਡਸ ਦਿੰਦੇ ਹੈ ਦੈਨ ਅਡਲਟਸ, ਅਡਲਟ ਨਾਲੋਂ, ਬਿਕੋਜ਼ ਆਫ ਦਿਸ ਟਾਈਪ ਆਫ ਇਨਵੈਸਟੀਗੇਸ਼ਨ। ਕਿਸ ਟਾਈਪ ਦੀ ਇਨਵੈਸਟੀਗੇਸ਼ਨ, ਕਿ ਉਹ ਕੀ ਹੈ, ਰੀਅਲ ਵਰਲਡ ਨੂੰ ਐਕਸਪਲੋਰ ਕਰਦੇ ਆ। ਉਹ ਸਿਰਫ ਇਹੀ ਨਹੀਂ ਕਰਦੇ ਕਿ ਉਹ ਚੀਜ਼ਾਂ ਨੂੰ ਹੀ ਡਨ ਨਹੀਂ ਕਰਦੇ ਕਿ ਕੰਮ ਖਤਮ ਕਰਨਾ, ਸਿਰਫ ਐਵੇਂ ਨਹੀਂ, ਕਿਉਂਕਿ ਅਡਲਟ ਤਾਂ ਕੀ ਕਰਦੇ, ਅਡਲਟ ਚਾਹੁੰਦੇ ਕਿ ਸਿਰਫ ਸਾਡਾ ਕੰਮ ਫਿਨਿਸ਼ ਹੋਵੇ, ਦੈਟਸ ਇਟ। ਸੋ ਬਟ ਜਿਹੜੇ ਚਿਲਡਰਨ ਹੁੰਦੇ ਆ ਉਹ ਉਸ ਦੀ ਡੈਪਥ ਦੇ ਵਿੱਚ ਜਾਂਦੇ ਆ ਕਿ ਵਟ ਇਜ਼ ਦ ਰੂਟ ਕਾਜ਼ ਆਫ ਦੈਟ ਪ੍ਰੋਬਲਮ,
ਪ੍ਰੋਬਲਮ ਐਂਡ ਵਟ ਵੁੱਡ ਬੀ ਦਾ ਸੋਲਿਊਸ਼ਨਸ, ਦੈਨ ਉਹ ਕੀ ਕਰਦੇ ਆ ਅਨਐਕਸਪੈਕਟਡ ਸੋਲਿਊਸ਼ਨਸ ਦਿੰਦੇ ਆ। ਕਲੀਅਰ। ਨੈਕਸਟ ਵਨ, ਵਾਈ ਡੂ ਓਲਡਰ ਪੀਪਲ ਮੂਵ ਫਰੋਮ ਵਨ ਹਾਊਸ ਟੂ ਅਨਦਰ, ਕਿ ਓਲਡਰ ਲੋਕੀ ਇੱਕ ਘਰ ਤੋਂ ਦੂਸਰੇ ਘਰ ਕਿਉਂ ਜਾਂਦੇ ਆ? ਫੋਰ ਸੇਫਟੀ ਰੀਜ਼ਨ। ਸਭ ਤੋਂ ਪਹਿਲਾਂ ਮੈਂ ਕਹੂੰਗੀ ਸੇਫਟੀ ਦਾ ਸਭ ਤੋਂ ਵੱਡਾ ਰੀਜ਼ਨ ਹੈ। ਓਲਡਰ ਪੀਪਲ ਫ੍ਰੀਕੁਐਂਟਲੀ ਡਾਊਨ ਸਾਈਜ਼ ਫਰੋਮ ਅ 2 ਸਟੋਰੇ ਟੂ ਸਿੰਗਲ ਸਟੋਰੇ ਹੋਮ, ਮਤਲਬ ਜਿਹੜੇ ਓਲਡਰ ਪੀਪਲ ਹੈ ਉਹ ਬੜੀ ਹੀ ਜਲਦੀ 2 ਸਟੋਰੇ ਘਰ ਤੋਂ 2 ਮੰਜ਼ਿਲਾ ਘਰ ਤੋਂ ਇੱਕ 1 ਸਟੋਰੇ ਹੋਮ ਵਿੱਚ ਆ ਜਾਂਦੇ ਹੈ, ਔਰ ਡਾਊਨ ਸਾਈਜ਼ ਟੂ ਅ ਸਮਾਲਰ ਹੋਮ ਦੈਟ ਰਿਕੁਆਇਰਸ ਲੈਸ ਮੇਨਟੇਨੈਂਸ। ਤੇ ਡਾਊਨ ਸਾਈਜ਼ ਫਿਰ ਆ ਗਿਆ ਕਿ ਉਹ ਕੀ ਹੈ, ਫਿਰ ਉਸ ਕਿਸ ਤਰਫ ਮੂਵ ਹੋ ਜਾਂਦੇ, ਛੋਟੇ ਘਰਾਂ ਦੇ ਵੱਲ ਮੂਵ ਹੁੰਦੇ ਆ ਦੈਟ ਰਿਕੁਆਇਰਸ ਲੈਸ ਮੇਨਟੇਨੈਂਸ, ਜਿੱਥੇ ਕਿ ਘੱਟ ਮੇਨਟੇਨੈਂਸ ਦੀ ਜ਼ਰੂਰਤ ਪੈਂਦੀ ਹੈ। Older adults may seek relocating for a variety of reasons including proximity to medical facilities and better weather। ਤੇ ਹੋਰ older adult ਜਿਹੜੇ ਹੈ may seek relocating change ਕਰਦੇ ਆ, move ਕਰਦੇ ਆ, ਹੋਰ ਵੀ ਕਈ ਸਾਰੇ reasons ਹੈ ਜਿਵੇਂ ਕਿ medical facility ਦੀ ਜਿਹੜੀ proximity ਲਾਈਕ ਉਹਦੀ availability and better weather, ਤੇ ਹੋਰ ਵੀ ਵਧੀਆ weather। ਸੋ ਇੱਕ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਨੂੰ ਪੂਰੀ ਤਰ੍ਹਾਂ 3 ਤੋਂ 4 ਵਿਊਜ਼ ਨਾਲ ਸੈਟਿਸਫਾਈ ਕਰਤਾ that why we are saying older people move from one house to another। Next question, what are the pros and cons of living in a high rise building, ਕਿ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਰਹਿਣ ਦੇ ਕੀ ਪ੍ਰੋਜ਼ ਹੈ ਤੇ ਇਹਦੇ ਕੀ ਕੌਨਸ ਹੈ। ਸਭ ਤੋਂ ਪਹਿਲਾਂ ਆਪਾਂ ਬੈਨੀਫਿਟ ਹੈ, ਨੀਚੇ ਮੈਂ ਉਹਦੇ ਡਰਾਬੈਕਸ ਲਿਖੇ ਹੋਏ ਆ। ਬੈਨੀਫਿਟ ਇਹਦੇ ਹੈ ਦ ਬੈਨੀਫਿਟਸ ਆਫ ਹਾਈ ਰਾਈਜ਼ ਅਪਾਰਟਮੈਂਟਸ, ਦ ਮੈਜੋਰਟੀ ਆਫ ਹਾਈ ਰਾਈਜ਼ ਫਲੈਟਸ ਆਰ ਲੋਕੇਟਡ, ਕਿ ਜ਼ਿਆਦਾਤਰ ਜਿਹੜੇ ਹਾਈ ਰਾਈਜ਼ ਫਲੈਟਸ ਹੁੰਦੇ ਆ ਉਹ ਕਿੱਥੇ ਲੋਕੇਟ ਹੁੰਦੇ ਆ, ਇਨ ਹਾਈਲੀ ਪੋਪੂਲੇਟਡ ਏਰੀਆਜ਼, ਜਿੱਥੇ ਬਹੁਤ ਜ਼ਿਆਦਾ ਜਨਤਾ ਹੁੰਦੀ ਹੈ ਉੱਥੇ ਸਿਟੀ ਦੇ, ਵੇਅਰ ਲੈਂਡ ਇਜ਼ ਲਿਮਿਟਡ, ਜਿੱਥੇ ਲੈਂਡ ਬਹੁਤ ਘੱਟ ਹੁੰਦੀ ਹੈ, ਮਤਲਬ ਪੋਪੂਲੇਸ਼ਨ ਨੂੰ ਉਹ ਹੈਲਪ ਕਰਦੇ ਆ ਕੰਟਰੋਲ ਕਰਨ ਦੇ ਵਿੱਚ। ਨੈਕਸਟ ਵਨ, ਏਅਰ ਫਲੋ ਐਂਡ ਵੈਂਟੀਲੇਸ਼ਨ ਆਰ ਬੈਟਰ ਇਨ ਹਾਈ ਰਾਈਜ਼ ਰੈਜ਼ੀਡੈਂਸਿਸ। ਜਿਹੜਾ ਏਅਰ ਫਲੋ ਹੈ, ਹਵਾ ਦਾ ਬਹਾਵ ਹੈ, ਤੇ ਜਿਹੜਾ ਵੈਂਟੀਲੇਸ਼ਨ ਹੈ ਉਹ ਹਾਈ ਰਾਈਜ਼ ਰੈਜ਼ੀਡੈਂਸਿਸ, ਇੱਥੇ ਮੈਂ ਕਹਤਾ ਹਾਈ ਰਾਈਜ਼ ਅਪਾਰਟਮੈਂਟਸ ਨੂੰ ਪੈਰਾਫਰੇਜ਼ ਕਰਤਾ, ਹਾਈ ਰਾਈਜ਼ ਰੈਜ਼ੀਡੈਂਸਿਸ ਤੇ ਜ਼ਿਆਦਾ ਬੈਟਰ ਹੁੰਦਾ ਹੈ। ਐਜ਼ ਅ ਰਿਜ਼ਲਟ ਇਸ ਦੇ ਪ੍ਰਣਾਮ ਸਰੂਪ ਯੂਟੀਲਿਟੀ ਕੋਸਟਸ ਆਰ ਲੋਅਰ, ਕਿ ਇਨ ਦਾ ਸਮਰ ਯੂਟੀਲਿਟੀ ਕੋਸਟ ਜਿਵੇਂ ਕਿ AC ਦੀ ਹੋ ਗਈ, ਲਾਈਟ ਦਾ ਬਿੱਲ ਹੋ ਗਿਆ, ਇਹ ਸਭ ਕੋਸਟ ਕੀ ਹੈ ਸਮਰ ਦੇ ਵਿੱਚ ਘੱਟ ਜਾਂਦੀਆਂ। ਸਿੰਸ ਏਅਰ ਕੈਨ ਟਰੈਵਲ ਐਂਡ ਕੂਲ ਥਿੰਗਸ ਡਾਊਨ, ਕਿਉਂਕਿ ਏਅਰ ਕੀ ਕਰਦੀ ਉੱਥੋਂ ਦੀ ਟਰੈਵਲ ਕਰਦੀ ਹੈ, ਆਉਂਦੀ ਜਾਂਦੀ ਹੈ ਤੇ ਚੀਜ਼ਾਂ ਨੂੰ ਠੰਡਾ ਰੱਖਦੀ ਹੈ। ਤਾਂ ਇਹਦੇ ਡਿਸਐਡਵਾਂਟੇਜ ਕੀ ਆ, ਦੇਅਰ ਆਰ ਪੀਪਲ ਐਂਡ ਨੋਇਜ਼ ਆਲ ਓਵਰ, ਉੱਥੇ ਕੀ ਹੈ ਬਹੁਤ ਜ਼ਿਆਦਾ ਲੋਕ ਹੁੰਦੇ ਆ ਤੇ ਨੋਇਜ਼ ਹੁੰਦੀ ਹੈ ਹਰ ਤਰਫ। ਯੂ ਆਰ ਨੋਟ ਅਲੋਨ, ਕਿ ਤੁਸੀਂ ਸਿਰਫ ਇਕੱਲੇ ਨਹੀਂ ਹੁੰਦੇ। ਇਫ ਯੂ ਲਿਵ ਇਨ ਅ ਮਲਟੀ ਸਟੋਰੀ ਬਿਲਡਿੰਗ, ਜੇ ਤੁਸੀਂ ਮਲਟੀ ਸਟੋਰੀ ਬਿਲਡਿੰਗ ਵਿੱਚ ਰਹਿੰਦੇ ਹੋ, ਦੇਅਰ ਵਿਲ ਬੀ ਪੀਪਲ ਕੋਲਾਈਡਿੰਗ ਆਲ ਓਵਰ ਦਾ ਪਲੇਸ, ਕਿ ਉੱਥੇ ਲੋਕੀ ਇੱਕ ਦੂਜੇ ਵਿੱਚ ਹੀ ਵੱਜਦੇ ਰਹਿੰਦੇ ਆ। ਐਵੈਕੂਏਸ਼ਨ ਇਜ਼ ਰਿਕੁਆਇਰਡ ਇਨ ਐਮਰਜੈਂਸੀ, ਤੇ ਐਮਰਜੈਂਸੀ ਦੇ ਵਿੱਚ ਐਵੈਕੂਏਸ਼ਨ ਲਾਈਕ ਜਲਦੀ ਬਾਹਰ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ, ਅੱਗ ਲੱਗਦੀ ਹੈ ਕੁਛ ਵੀ, ਤਾਂ ਬਿਲਡਿੰਗ ਤੋਂ ਬਾਹਰ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। देयर विल बी मोर इंडिविजुअल्स इन द बिल्डिंग, पर जी बिल्डिंग है ਉਹਦੇ ਵਿੱਚ ਜ਼ਿਆਦਾ इंडिविजुअल होने करके विच विल रिजल्ट इन ग्रेटर ओवरऑल ट्रैफिक, ਜਿਹਦੇ ਕਰਕੇ ਕੀ ਹੈ ਉੱਥੇ ओवरऑल ट्रैफिक बहुत ज़्यादा ਵੱਧ ਜਾਂਦਾ ਹੈ। दिस कैन बी प्रॉब्लमैटिक इन द इवेंट ऑफ एन एमरजेंसी इक्वेशन सच एज फायर हजार्ड, ਤੇ ਇਹ ਜਿਹੜਾ ਹੈ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਜਦੋਂ ਐਮਰਜੈਂਸੀ ਦੇ ਵਿੱਚ ਉੱਥੋਂ ਬਾਹਰ ਆਉਣਾ ਪੈਂਦਾ ਸਚ ਐਜ਼ ਫਾਇਰ ਹਜ਼ਾਰਡ। ਸੋ ਇਹ ਬੈਨੀਫਿਟ ਸੀਗੇ ਤੇ ਉਹਦੇ ਡਿਸਐਡਵਾਂਟੇਜ ਸੀਗੇ। Next, what are the pros and cons of living in an old and new neighborhood? old ਤੇ new neighborhood ਦੇ ਵਿੱਚ ਰਹਿਣ ਦੇ ਕੀ ਐਡਵਾਂਟੇਜ ਤੇ ਡਿਸਐਡਵਾਂਟੇਜ ਹੈ। the access to facilities, ਸਭ ਤੋਂ ਪਹਿਲਾਂ ਕਿ ਜਿਹੜੀ facilities ਦੀ access ਹੈ, I believe ਮੈਨੂੰ ਇਹ ਲੱਗਦਾ ਹੈ the access of to the facilities is the most significant distinction। ਹੁਣ ਜਿਹੜਾ I believe ਹੈ ਇਹਨੂੰ ਤੁਸੀਂ ਲਾਈਨ ਦੇ ਫਸਟ 'ਚ ਲਿਖ ਸਕਦੇ ਹੋ, ਬਟ ਐਗਜ਼ਾਮੀਨਰ ਦੇ ਅੱਗੇ ਇਸ ਨੂੰ ਬਹੁਤ ਜ਼ਿਆਦਾ ਇੰਪ੍ਰੈਸਿਵ ਬਣਾਉਣ ਦੇ ਲਈ ਮੈਂ I believe ਨੂੰ ਸੈਂਟੈਂਸ ਦੇ ਮਿਡ ਵਿੱਚ ਪਾਤਾ। ਸੋ ਇਸ ਟਾਈਪ ਨਾਲ ਤੁਸੀਂ ਬੋਲੋਗੇ ਤਾਂ ਡੈਫੀਨੇਟਲੀ ਐਗਜ਼ਾਮੀਨਰ ਤੇ ਅੱਛਾ ਇਨਫਲੂਐਂਸ ਹੋਊਗਾ। ਦ ਐਕਸੈਸ ਟੂ ਫੈਸਿਲਿਟੀਜ਼ ਆਈ ਬਿਲੀਵ ਇਜ਼ ਦ ਮੋਸਟ ਸਿਗਨੀਫਿਕੈਂਟ ਡਿਸਟਿੰਕਸ਼ਨ ਬਿਟਵੀਨ ਲਿਵਿੰਗ ਇਨ ਐਂਸ਼ੀਐਂਟ ਐਂਡ ਮਾਡਰਨ ਨੇਬਰਹੁਡਸ, ਕਿ ਉਹਨਾਂ ਦੋਨਾਂ ਦੇ ਵਿੱਚ ਕੀ ਹੈ ਇੱਕ ਸਭ ਤੋਂ ਵੱਡਾ ਡਿਫਰੈਂਸ ਹੈ ਫੈਸਿਲਿਟੀਜ਼ ਦਾ ਐਕਸੈਸ। ਫੋਰ ਐਗਜ਼ਾਮਪਲ ਜਿਵੇਂ ਕਿ ਫਾਈਂਡਿੰਗ ਪਾਰਕਿੰਗ ਪਲੇਸਿਸ ਇਨ ਹਿਸਟੋਰੀਕਲ ਨੇਬਰਹੁਡਸ ਇਜ਼ ਡਿਫਿਕਲਟ, ਕਿ ਓਲਡ ਨੇਬਰਹੁਡਸ ਦੇ ਵਿੱਚ ਜੇ ਆਪਾਂ ਪਾਰਕਿੰਗ ਪਲੇਸਿਸ ਨੂੰ ਲੱਭਣਾ ਤਾਂ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਹੈ, ਬਿਕੋਜ਼ ਕਿਉਂਕਿ ਵਹੀਕਲਸ were not as
ਪੋਪੂਲਰ ਵੈਨ ਦੇ ਵਰ ਬਿਲਡ, ਕਿ ਜਦੋਂ ਓਲਡ ਨੇਬਰਹੁੱਡ ਬਣੇ ਸੀ ਉਦੋਂ ਵਹੀਕਲਸ ਉਨੇ ਜ਼ਿਆਦਾ ਪੋਪੂਲਰ ਨਹੀਂ ਸੀਗੇ। ਵੇਅਰ ਐਜ਼ ਦੂਜੇ ਹੱਥ ਕੰਟੈਂਪਰੇਰੀ ਏਰੀਆਜ਼ ਆਰ ਮਚ ਬੈਟਰ ਆਰਗੇਨਾਈਜ਼ਡ। ਕੰਟੈਂਪਰੇਰੀ ਮਤਲਬ ਅੱਜ ਦੇ ਜਿਹੜੇ ਏਰੀਆਜ਼ ਹੈ ਉਹ ਬੜੇ ਹੀ ਚੰਗੀ ਤਰ੍ਹਾਂ ਨਾਲ ਆਰਗੇਨਾਈਜ਼ ਕੀਤੇ ਐਂਡ ਫੋਕਸ ਔਨ ਦਾ ਇਸ਼ੂਜ਼ ਦੈਟ ਪੀਪਲ ਇਨਕਾਊਂਟਰ ਨਾਓ, ਤੇ ਉਹਨਾਂ ਇਸ਼ੂਜ਼ ਤੇ ਉਹ ਫੋਕਸ ਕਰਦੇ ਆ ਜਿਨ੍ਹਾਂ ਨੂੰ ਲੋਕੀ ਅੱਜ ਫੇਸ ਕਰਦੇ ਆ, ਇਨਕਾਊਂਟਰ ਕਰਦੇ ਆ, ਫੇਸ ਕਰਦੇ ਆ। ਸੋ ਇਹਨਾਂ ਫੋਲੋਅਪਸ ਤੇ ਇਸ ਕਿਊ ਕਾਰਡ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਵੋਕੈਬਲਰੀ ਮੈਂ ਪਾਈ ਹੈ, ਪਲੱਸ ਇਹਦੇ ਵਿੱਚ ਕੋਹੀਜ਼ਨ ਕੋਹਰੈਂਸ ਮੇਨਟੇਨ ਕੀਤਾ, ਹਰ ਇੱਕ ਵਿਊ ਨੂੰ ਡਿਫਰੈਂਟ ਤਰੀਕੇ ਦੇ ਨਾਲ ਐਲੈਬੋਰੇਟ ਕੀਤਾ, ਉਸ ਨੂੰ ਐਡਜਸਟ ਕੀਤਾ, ਮੇਨਟੇਨ ਕੀਤਾ। ਸੋ ਟਰਾਈ ਟੂ ਲਿਸਨ ਦਿਸ ਵੀਡੀਓ 1 time 2 time 3 times, ਜਿੰਨਾ ਚਿਰ ਤੁਹਾਨੂੰ ਸਮਝ ਨਹੀਂ ਆਉਂਦਾ, ਪਲੱਸ ਇਹਨੂੰ ਆਪਦੀ ਨੋਟਬੁੱਕ 'ਚ ਲਿਖੋ, ਸੋ ਯੂ ਵਿਲ ਗੈਟ ਮੋਰ ਬੈਂਡ ਸਕੋਰਸ ਇਨ ਯੋਰ ਸਪੀਕਿੰਗ ਐਜ਼ ਵੈਲ ਐਜ਼ share this video with your friends, and subscribe as well the channel so that all guys will get benefit from this cue card and follow-up questions. Thank you.